ਹਜ਼ਾਰਾ ਸਿੰਘ ਪੱਕਾ ਚੋਰ ਸੀ। ਬੱਚਿਆਂ ਦੀਆਂ ਕਿਤਾਬਾਂ ਵਿੱਚ ਚੋਰਾਂ ਨੂੰ ਜੇਲ੍ਹ ਦੀਆਂ ਸਿੰਖਾਂ ਪਿੱਛੇ ਬੰਦ ਵਿਖਾਇਆ ਜਾਂਦਾ ਹੈ, ਪਰ ਮੈਨੂੰ ਯਾਦ ਨਹੀਂ ਕਿ ਹਜ਼ਾਰਾ ਸਿੰਘ ਕਦੀ ਜੇਲ੍ਹ ਵਿੱਚ ਗਿਆ ਹੋਵੇ। ਜੇਲ੍ਹ ਜਾਣਾ ਤਾਂ ਇੱਕ ਪਾਸੇ ਰਿਹਾ, ਜਿਨ੍ਹਾਂ ਲੋਕਾਂ ਨੂੰ ਥਾਣੇਦਾਰ ਸਾਡੇ ਪਿੰਡ ਦੇ ਸਕੂਲ ਇਹਾਤੇ ਵਿੱਚ ਸੱਦ ਕੇ ਕੁੱਟਿਆ ਕਰਦਾ ਸੀ, ਹਜ਼ਾਰਾ ਸਿੰਘ ਉਹਨਾਂ ਵਿੱਚ ਵੀ ਕਦੀ ਨਹੀਂ ਸੀ ਹੋਇਆ। ਜਿੰਨੀ ਦਿਨੀ ਥਾਣੇਦਾਰ ਦਾ ਸਕੂਲ ਵਿੱਚ ਡੇਰਾ ਹੁੰਦਾ, ਉਹਨੇ ਦਿਨੀ ਚੋਰਾਂ ਨੂੰ ਮਾਰ ਪੈਣ ਦਾ ਖੜਾਕ ਤੇ ਉਹਨਾਂ ਦੀਆਂ ਚੀਕਾਂ ਸਾਡੇ ਘਰ ਸੁਣਦੀਆਂ ਰਹਿੰਦੀਆਂ। ਮੈਂ ਵੇਖਣ ਲਈ ਕੋਠੇ ਤੇ ਚੜ੍ਹ ਜਾਂਦਾ ਤੇ ਉੱਥੇ ਡਰ ਨਾਲ ਇਕੱਠਾ ਹੋਇਆ ਬੈਠਾ ਰਹਿੰਦਾ, ਪਰ ਇਸ ਚੀਕ ਚਿਹਾੜੇ ਵਿੱਚ ਹਜ਼ਾਰਾ ਸਿੰਘ ਦਾ ਕੋਈ ਹਿੱਸਾ ਨਾ ਹੁੰਦਾ। ਉਹ ਹਮੇਸ਼ਾ ਵਾਂਗ ਚਿੱਟੇ ਕੱਪੜੇ ਪਾ ਕੇ ਸਕੂਲ ਦੇ ਇਹਾਤੇ ਵਿੱਚ ਮੰਜੀ ਤੇ ਬੈਠਾ ਥਾਣੇਦਾਰ ਨਾਲ ਗੱਲਾਂ ਕਰਦਾ ਰਹਿੰਦਾ ਜਾਂ ਹੋਰ ਇੱਧਰ ਉੱਧਰ ਇੰਤਜ਼ਾਮ ਕਰਦਾ ਫਿਰਦਾ। ਹਜ਼ਾਰਾ ਸਿੰਘ ਦੀ ਵਾਹੀ ਦਾ ਕੰਮ ਉਸਦੇ ਕਾਮੇ ਕਰਦੇ ਤੇ ਉਹ ਆਪ ਬਸ ਸੁੱਕ ਲੈਂਦਾ ਰਹਿੰਦਾ। ਹੋਰ ਜੱਟ ਤਾਂ ਖੱਦਰ ਦੇ ਕੁੜਤੇ ਪਾਉਂਦੇ, ਖੱਦਰ ਦੀਆਂ ਚਾਦਰਾਂ ਲੱਕ ਬੰਨ੍ਹਦੇ ਤੇ ਕਦੇ ਦਿਨ ਦਿਹਾੜੀ ਸ਼ਹਿਰੋਂ ਖਰੀਦਿਆ ਕੱਪੜਾ ਪਾਉਂਦੇ, ਪਰ ਹਜ਼ਾਰਾ ਸਿੰਘ ਹਮੇਸ਼ਾ ਮਲਮਲ ਦਾ ਕੁੜਤਾ ਪਾਉਂਦਾ ਤੇ ਲੱਠੀ ਦੀ ਚਾਦਰ ਬੰਨ੍ਹਦਾ। ਇਹੋ ਜਿਹੇ ਕੱਪੜੇ ਪਾ ਕੇ ਉਹ ਆਮ ਕਰਕੇ ਵਾਂਢੇ ਗਿਆ ਰਹਿੰਦਾ ਤੇ ਜਦੋਂ ਪਿੰਡ ਹੁੰਦਾ ਤਾਂ ਪਰੇ ਵਿੱਚ ਇਸੇ ਤਰ੍ਹਾਂ ਸਫੈਦ ਪੋਸ਼ ਬਣਿਆ ਬੈਠਾ ਰਹਿੰਦਾ, ਜਾਂ ਇਸ ਤਰ੍ਹਾਂ ਕਹਿ ਲਵੋ ਕਿ ਜਿੱਥੇ ਉਹ ਬੈਠਦਾ ਉੱਥੇ ਹੀ ਪਰੇ ਲੱਗ ਜਾਂਦੀ, ਕਿਉਂਕਿ ਹਜ਼ਾਰਾ ਸਿੰਘ ਦੀਆਂ ਗੱਲਾਂ ਵਿੱਚ ਰਸ ਸੀ। ਮੈਂ ਵੀ ਜਦ ਛੁੱਟੀਆਂ ਵਿੱਚ ਪਿੰਡ ਆਉਂਦਾ ਤਾਂ ਬੈਠ ਕੇ ਹਜ਼ਾਰਾ ਸਿੰਘ ਦੀਆਂ ਗੱਲਾਂ ਸੁਣਦਾ ਰਹਿੰਦਾ। ਆਪਣੀਆਂ ਚੋਰੀਆਂ ਤੇ ਲੜਾਈ ਪੜ੍ਹਾਈ ਬਾਰੇ ਉਸ ਕੋਲ ਬੜੀਆਂ ਸਵਾਦਲੀਆਂ ਗੱਲਾਂ ਸਨ। ਉਹ ਡੰਗਰਾਂ ਦੀ ਚੋਰੀ ਵੀ ਕਰਦਾ ਸੀ ਤੇ ਘਰਾਂ ਦੀ ਵੀ, ਪਰ ਉਸ ਦੀਆਂ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਹੈ ਕਿ ਡੰਗਰਾਂ ਦੀ ਚੋਰੀ ਵਿੱਚ ਉਹ ਬਹੁਤ ਸਵਾਦ ਲੈਂਦਾ ਸੀ। ਡੰਗਰਾਂ ਦੇ ਚੁਰਾਣ ਵਿੱਚ ਉਸਨੂੰ ਵਧੇਰੇ ਜਿੱਤ ਲੱਗਦੀ ਸੀ, ਜਿਸ ਤਰ੍ਹਾਂ ਕਿਸੇ ਲੜਾਈ ਵਿੱਚ ਦੁਸ਼ਮਣ ਦੇ ਆਦਮੀਆਂ ਨੂੰ ਕੋਈ ਆਪਣੇ ਵੱਲ ਖਿੱਚ ਕੇ ਪ੍ਰਸੰਨ ਹੁੰਦਾ ਹੋਵੇ। ਜਦੋਂ ਅਸੀਂ ਇਕੱਠੇ ਬੈਠਦੇ ਤਾਂ ਉਹ ਕੋਈ ਚੋਰੀ ਦੀ ਗੱਲ ਛੇੜ ਲੈਂਦਾ। ਇੱਕ ਵੇਰ ਮੇਰਾ ਭਣੇਵਾ ਆਇਆ ਮੇਰੇ ਕੋਲ। ਹਜ਼ਾਰਾ ਸਿੰਘ ਨੇ ਇੱਕ ਦਿਨ ਲੱਕੜ ਤੇ ਬੈਠਿਆਂ ਤੀਲੇ ਨਾਲ ਭੌਂਕ ਰੋਚਦਿਆਂ ਗੱਲ ਛੇੜੀ। ਆਖਣ ਲੱਗਾ, ਮਾਮਾ ਇੱਕ ਜੋਗ ਚਾਹੀਦੀ ਹੈ ਚੰਗੀ, ਬੱਧੀ ਹੋਈ ਆਂਦਾ ਹੈ, ਮੈਂ ਵਿਖਾ ਦਿੰਦਾ। ਅਜ਼ਨਿਆਂ ਵਾਲਿਆਂ ਦੇ ਚੱਠਿਆਂ ਕੋਟ ਤੇ ਪਿੰਡ ਮੇਰੇ ਤੂੰ ਅਪੜਾ ਦੇ। ਮੈਂ ਉਹਨੂੰ ਸਮਝਾਇਆ ਭਈ ਚੱਠੇ ਤੇਰੇ ਪਿਓ ਦੇ ਲਿਹਾਜ਼ ਵਾਲੇ ਸਨ ਤੇ ਉਹਨਾਂ ਦੀ ਜੋਗ ਤੈਨੂੰ ਪਚਣੀ ਨਹੀਂ, ਤੇ ਜੇ ਅਖੀਰ ਤੁਸਾਂ ਜੋਗ ਮੋੜ ਹੀ ਛੱਡਣੀ ਹੈ ਤਾਂ ਮੈਨੂੰ ਕਿਉਂ ਐਵੇਂ ਸਿਆਲ ਦੀਆਂ ਰਾਤਾਂ ਵਿੱਚ ਪਾਲੇ ਮਾਰਨਾ ਹੈ। ਆਖੇ ਨਹੀਂ, ਅਪੜਾ ਦੇ ਤੂੰ ਇੱਕ ਵਾਰ, ਪਚਾ ਮੈਂ ਲਾਂਗਾ। ਮੈਂ ਆਖਿਆ ਚੰਗਾ ਭਾਈ, ਪਹੁੰਚ ਜਾਏਗੀ। ਉਂਝ ਉਹ ਜੋਗ ਸਾਈਆਂ ਮੋਈ ਖੋਲ੍ਹਣੀ ਵੀ ਬੜੀ ਔਖੀ ਸੀ। ਉਹ ਢੱਗੇ ਬੜੇ ਤਰੀਕੇ ਸਨ। ਰਾਤ ਨੂੰ ਬੰਦਾ ਵੇਖ ਕੇ ਉਹ ਤ੍ਰਹਿ ਜਾਂਦੇ ਸਨ ਤੇ ਤਰੱਠੇ ਹੋਏ ਮੁੜ ਕਾਬੂ ਨਹੀਂ ਸਨ ਆਉਂਦੇ। ਗਲ ਉਹਨਾਂ ਦੇ ਘੁੰਗਰੂ ਹੁੰਦੇ ਸਨ। ਜਰਾ ਕੁ ਚੋਰ ਉਹਨਾਂ ਨੂੰ ਫੜਨ ਲਈ ਇੱਧਰ ਉੱਧਰ ਹੋਵੇ ਤਾਂ ਝੱਟ ਘੁੰਗਰੂ ਛਣਕ ਪੈਂਦੇ ਤੇ ਘੁੰਗਰੂ ਛਣਕਦਿਆਂ ਹੀ ਸਾਈਂ ਜਾਗ ਪੈਂਦੇ। ਮੈਂ ਜਦੋਂ ਗਿਆ ਤਾਂ ਪਿੱਛੋਂ ਪੈਲੀ ਵਿੱਚੋਂ ਸਟਾਲੇ ਦੀਆਂ 2 ਮੁੱਠਾਂ ਖੋਹ ਕੇ ਝੋਲੀ ਵਿੱਚ ਪਾ ਲਈਆਂ। ਡੰਗਰਾਂ ਨੂੰ ਹਨੇਰੇ ਵਿੱਚ ਵੀ ਪੱਠਿਆਂ ਦਾ ਪਤਾ ਲੱਗ ਜਾਂਦਾ ਏ। ਆ ਜਾਂਦੀ ਏ ਢੱਗਿਆਂ ਨੂੰ ਸਟਾਲੇ ਦੀ ਮੁਸ਼ਕ ਆਈ ਤਾਂ ਤ੍ਰਹਿਣਾ ਤੇ ਉਹਨਾਂ ਫਿਰ ਕੀ ਸੀ, ਉਹ ਸਗੋਂ ਮੇਰੇ ਵੱਲ ਨੂੰ ਆ ਗਏ। ਘੁੰਗਰੂਆਂ ਦੇ ਹਾਰ ਲਾ ਕੇ ਮੈਂ ਇੱਕ ਪਾਸੇ ਚਾਤਰੇ ਤੇ ਢੱਗੇ ਦੋਵੇਂ ਬਾਹਰ ਕੱਢ ਲਿਆਂਦੇ। ਇਸ ਜੋਗ ਦੀਆਂ ਧੂਮਾਂ ਬੜੀਆਂ ਸਨ। ਆਲੇ ਦੁਆਲੇ ਦੇ ਢੇਰ ਲੋਕਾਂ ਵੇਖੀ ਹੋਈ ਸੀ। ਇਹ ਨਹੀਂ ਸੀ ਭਈ 5 ਕੇ 7 ਕੋਹਾਂ ਤੇ ਜਾ ਕੇ ਜੋਗ ਨੰਗੀ ਹੋ ਜਾਏ ਤੇ ਕਿਸੇ ਉਂਗਲ ਨਹੀਂ ਕਰਨੀ। ਘੋੜੀ ਮੈਂ ਇੱਕ ਨਾਲ ਲਿਆਂਦੀ ਹੋਈ ਸੀ। ਦੋਹਾਂ ਢੱਗਿਆਂ ਦੀਆਂ ਨੱਥਾਂ ਵਧੀਆਂ ਕਾਠੀ ਨਾਲ ਤੇ ਘੋੜੀ ਰਵਾਲ ਛੱਡੀ। ਚੰਗੇ ਢੱਗੇ ਘੋੜੀ ਦੇ ਮਗਰ ਭੱਜੇ ਆਉਂਦੇ ਨੇ। ਸੂਰਜ ਦੀ ਟਿੱਕੀ ਨਿਕਲਦਿਆਂ ਨੂੰ ਮੈਂ 12 ਕੋਹ ਦਾ ਪੈਂਡਾ ਤੈਅ ਕਰਕੇ ਰਣੀਕਿਆਂ ਵਾਲੇ ਆਪਣੇ ਮੁਸੇਰਾਂ ਨੂੰ ਜਾ ਫਤਿਹ ਬੁਲਾਈ। ਢੱਗੇ ਉਹਨਾਂ ਦੇ ਕਮਾਦ ਵਿੱਚ ਬੰਨ੍ਹ ਕੇ ਅੱਗੇ ਪੱਠੇ ਪਾ ਦਿੱਤੇ ਤੇ ਆਪ ਧੁੱਪੇ ਮੰਜੀ ਡਾਹ ਕੇ ਲੇਟ ਗਿਆ। ਰਾਤ ਪਈ ਤੇ ਮੈਂ ਫਿਰ ਹਿੱਕ ਲਏ ਤੇ ਪਹਿਰ ਰਾਤ ਰਹਿਣੀ ਨਾਲ ਜਾ ਆਪਣੇ ਭਣੇਵਿਆਂ ਦੀਆਂ ਕੁੜਾਂ ਵਿੱਚ ਵਾੜੇ। ਪਿੱਛੇ ਪਿੱਛੇ ਸਾਈਂ ਲੱਗ ਪਏ ਖੋਜਿਆਂ ਨੂੰ ਨਾਲ ਲੈ ਕੇ। 3 ਡੰਗਰਾਂ ਦਾ ਖੁਰਾ ਸੀ, ਖੋਜਿਆਂ ਨੂੰ ਕਿਹੜਾ ਦੱਬਣਾ ਔਖਾ ਸੀ। ਅਗਲੇ ਦਿਨ ਸਾਈਂ ਵੀ ਜਾ ਪੜੇ। ਪਤਾ ਉਹਨਾਂ ਨੂੰ ਪੱਕਾ ਸੀ ਭਈ ਢੱਗੇ ਇੱਥੇ ਹੀ ਆਏ ਨੇ। ਬਸ ਫਿਰ ਦੇ ਮੇਲੇ ਤੇ ਮੇਲਾ ਉਹਨਾਂ ਦੇ ਬੂਹੇ ਤੇ। ਭਣੇਵੇ ਮੇਰੇ ਨੇ ਸੱਦ ਕੇ ਢੱਗੇ ਮੋੜ ਛੱਡੇ। ਮੈਂ ਅਜੇ ਤੀਕ ਉਹਦੇ ਨਾਲ ਹੱਸਣਾ ਹਾਂ। ਮੈਂ ਆਨਾ, ਤੈਨੂੰ ਜੋ ਆਖਿਆ ਸੀ ਭਈ ਇਹ ਤੈਨੂੰ ਨਹੀਂ ਪਚਣੇ, ਤੇ ਜੇ ਅਖੀਰ ਤੂੰ ਢੱਗੇ ਮੋੜ ਹੀ ਛੱਡਣੇ ਸਨ ਤਾਂ ਫਿਰ ਮੈਨੂੰ ਕਿਉਂ 2 ਰਾਤਾਂ ਪਾਲੇ ਮਾਰੇ ਹੋਈ। ਸਵਾਦ ਤੇ ਡੰਗਰਾਂ ਦੀ ਚੋਰੀ ਵਿੱਚ ਬਹੁਤ ਸੀ, ਪਰ ਘਰਾਂ ਦੀ ਚੋਰੀ ਵਿੱਚ ਪੈਸੇ ਬਹੁਤ ਬਚਦੇ ਸਨ। ਇਸ ਲਈ ਹਜ਼ਾਰਾ ਸਿੰਘ ਨੇ ਝੁੱਗੇ ਭੰਨਣ ਦੀ ਵੀ ਚੰਗੀ ਜਾਂਚ ਸਿੱਖੀ ਹੋਈ ਸੀ। ਘਰ ਦੀ ਚੋਰੀ ਦਾ ਵੱਡਾ ਅਸੂਲ ਉਹ ਇਹ ਦੱਸਦਾ ਸੀ ਕਿ ਖੜਾਕ ਨਾ ਹੋਣ ਦਿਓ। ਹਰ ਤਰ੍ਹਾਂ ਦੇ ਖੜਾਕ ਦੀ ਆਵਾਜ਼ ਨੂੰ ਰੋਕਣ ਲਈ ਉਸ ਗੁਰ ਲੱਭੇ ਹੋਏ ਸਨ। ਕੱਪੜਾ ਖੜਾਕ ਨੂੰ ਪੀ ਜਾਂਦਾ ਹੈ, ਉਹ ਕਿਹਾ ਕਰਦਾ ਸੀ। ਜਿੱਥੇ ਖੜਾਕ ਹੋਣ ਦਾ ਡਰ ਹੋਵੇ, ਖੜਾਕ ਕਰਨ ਵਾਲੀ ਚੀਜ਼ ਨੂੰ ਕੱਪੜੇ ਵਿੱਚ ਲਪੇਟ ਲਵੋ। ਆਲੇ ਦੁਆਲੇ ਦੇ ਪਿੰਡ ਉਸ 2 ਹਿੱਸਿਆਂ ਵਿੱਚ ਵੰਡੇ ਹੋਏ ਸਨ। ਕੁਝ ਤੇ ਆਪਣੇ ਪਿੰਡ ਸਨ ਤੇ ਕੁਝ ਦੂਸਰੇ।
ਆਪਣੇ ਪਿੰਡਾਂ ਵਿੱਚ ਉਹ ਕਦੀ ਚੋਰੀ ਨਾ ਕਰਦਾ। ਪਰ ਇਹ ਬੁੱਝਣਾ ਔਖਾ ਸੀ ਕਿ ਉਹ ਆਪਣੇ ਪਿੰਡਾਂ ਨੂੰ ਬਹੁਤਾ ਪਿਆਰ ਕਰਦਾ ਸੀ ਜਾਂ ਦੂਸਰੇ ਪਿੰਡਾਂ ਨੂੰ। ਇਹਨਾਂ ਸਾਰੇ ਪਿੰਡਾਂ ਦੀਆਂ ਸੜਕਾਂ ਤੇ ਪਏ ਝਾੜੀਆਂ ਤੇ ਜੂਹਾਂ, ਖਾਲ ਤੇ ਮੌਕੇ, ਰਾਣੇ ਤੇ ਝੋਕਾ ਉਸਨੂੰ ਇਸ ਤਰ੍ਹਾਂ ਯਾਦ ਸਨ ਜਿਵੇਂ ਇਹ ਸਾਰੇ ਉਸਦੇ ਆਪਣੇ ਹੀ ਹੁੰਦੇ ਹਨ। ਜਿਸ ਤਰ੍ਹਾਂ ਫੁੱਲ ਤੋਂ ਰਸ ਲੈਣ ਵਾਲਾ ਭੌਰਾ ਸਾਰੇ ਬਾਗ ਨੂੰ ਆਪਣਾ ਸਮਝਦਾ ਹੈ ਤੇ ਉਸਨੂੰ ਪਿਆਰ ਕਰਦਾ ਹੈ, ਜਾਂ ਜਿਸ ਤਰ੍ਹਾਂ ਨਾਨਕੇ ਪਿੰਡ ਆਇਆ ਮੁੰਡਾ ਪਿੰਡ ਦੇ ਸਾਰੇ ਘਰਾਂ ਨੂੰ ਆਪਣਾ ਘਰ ਸਮਝਦਾ ਹੈ ਤੇ ਉਹਨਾਂ ਨੂੰ ਪਿਆਰ ਕਰਦਾ ਹੈ, ਇਸੇ ਤਰ੍ਹਾਂ ਹਜ਼ਾਰਾ ਸਿੰਘ ਨੂੰ ਇਹ ਸਾਰੇ ਪਿੰਡ ਪਿਆਰੇ ਸਨ, ਭਾਵੇਂ ਆਪਣੇ ਤੇ ਭਾਵੇਂ ਦੂਸਰੇ। ਹਜ਼ਾਰਾ ਸਿੰਘ ਨੂੰ ਆਪਣੇ ਚੋਰੀ ਕਰਨ ਦੇ ਢੰਗ ਤੇ ਬੜਾ ਮਾਣ ਸੀ। ਉਸਦਾ ਖਿਆਲ ਸੀ ਕਿ ਉਹ ਕੁਝ ਕਰ ਸਕਦਾ ਸੀ ਜੋ ਦੂਸਰੇ ਨਹੀਂ ਸੀ ਕਰ ਸਕਦੇ। ਇਹ ਤੇ ਸਾਰੇ ਹੌਂਡਰ ਦੇ ਸੌਦੇ ਨੇ, ਉਹ ਕਿਹਾ ਕਰਦਾ ਸੀ। ਇਹ ਹੌਂਡਰ ਸ਼ਬਦ ਉਸਨੇ ਹੁਨਰ ਨੂੰ ਵਿਗਾੜ ਕੇ ਬਣਾਇਆ ਹੋਇਆ। ਮੰਗੇ ਵਾਲੇ ਮਹਿਲੀਆਂ ਦੇ ਕੋਠੇ ਬੜੇ ਪੱਕੇ ਸਨ। ਲੋਕੀ ਆਖਣ ਇਹਨਾਂ ਪਿੱਛੋਂ ਸਨ ਸਕਦੀ। ਮੈਨੂੰ ਇੱਕ ਦਿਨ ਦੱਸਣ ਵਾਲੇ ਕਿਸੇ ਦੱਸਿਆ ਕਿ ਗਹਿਣੇ ਵਾਲੀ ਭੋਏ ਇਹਨਾਂ ਦੀ ਸਾਈਆਂ ਛੁਡਾ ਲਈਏ, ਪੈਸੇ ਇਹਨਾਂ ਨੂੰ ਮਿਲ ਗਏ ਨੇ ਤੇ ਨਵੀਂ ਭੋਏ ਲੈਣ ਨੂੰ ਭੱਜੇ ਫਿਰਦੇ ਨੇ। ਇਹੋ ਜਿਹੇ ਵੇਲੇ ਕਿਹੜਾ ਰੋਜ਼-ਰੋਜ਼ ਆਉਂਦੇ ਨੇ। 4 ਜਣੇ ਅਸੀਂ ਲੱਗ ਗਏ। ਬੂਹੇ ਅੱਗੇ ਸਾਈਂ ਸੁੱਤੇ ਪਏ ਸਨ, ਪਰ ਪਿਛਲੇ ਪਾਸਿਓਂ ਅਸਲੋਂ ਬੇਫਿਕਰ। ਇਹ ਸਾਨੂੰ ਵੀ ਪਤਾ ਸੀ ਕਿ ਕੰਧਾਂ ਵਿੱਚ ਇੱਥੇ ਸੰਨ ਨਹੀਂ ਲੱਗ ਸਕਦੀ। ਵੇਖ ਚਾਹ ਕੇ ਮੈਂ ਆਖਿਆ, ਲੈ ਵੀ ਨੀਹਾਂ ਦੇ ਹੇਠੋਂ ਦੀ ਪੁੱਟੋ। ਪੁੱਟਦਿਆਂ ਅਸਾਂ ਪਹਿਰ ਰਾਤ ਤਾਈਂ ਨੀਂਹ ਦੇ ਹੇਠੋਂ ਦੀ ਸੁਰੰਗ ਕੱਢ ਮਾਰੀ ਤੇ ਚੀਜ਼ ਵਸਤ ਸੰਭਾਲ ਕੇ ਅਸੀਂ ਤਿੱਤਰ ਹੋ ਗਏ। ਅਗਲੇ ਦਿਨ ਥਾਣੇਦਾਰ ਉੱਥੇ ਆਇਆ ਤੇ ਮੈਂ ਵੀ ਜਾ ਪੜਿਆ। ਥਾਣੇਦਾਰ ਸੁਰੰਗ ਦੇ ਵਿੱਚੋਂ ਦੀ ਅੰਦਰ ਵੜੇ ਤੇ ਵਾਹ ਕਰਦਾ ਬਾਹਰ ਨਿਕਲ ਆਵੇ। ਆਖੇ ਭਈ ਚੋਰ ਦੇ ਬਾਰੇ ਜਾਈਏ, ਕਹੀ ਵਿਉਂਤ ਕੱਢੀ ਸੂ ਤੇ ਮਿਹਨਤ ਕਿੰਨੀ ਕੀਤੀ ਸੂ, ਜੇ ਲੱਭ ਗਿਆ ਤਾਂ ਸ਼ਾਬਾਸ਼, ਉਹਨੂੰ ਮੈਂ ਜ਼ਰੂਰ ਦਿਆਂਗਾ। ਚੋਰੀ ਉਸ ਲਈ ਇੱਕ ਖੇਡ ਸੀ, ਖਤਰਨਾਕ ਖੇਡ, ਜਿਹੜੀ ਆਪਣੇ ਖਤਰੇ ਕਰਕੇ ਵਧੇਰੇ ਸਵਾਦੀ ਸੀ। ਪਰ ਕਹਿੰਦਾ ਉਹ ਕੁਝ ਹੋਰ ਸੀ। ਇਹ ਕੋਈ ਖੇਡ ਤੇ ਨਹੀਂ ਨਾ, ਚੋਰੀ ਕਰਨਾ। ਇੱਕ ਘੜੀ ਦਾ ਪਤਾ ਨਹੀਂ ਹੁੰਦਾ। ਜਿਹੜੇ ਰਾਹਾਂ ਤੋਂ ਲੰਘਦੇ ਹੋਵੀਏ, ਇਹ ਪਤਾ ਨਹੀਂ ਹੁੰਦਾ ਭਈ ਪਿਛਲੇ ਪੈਰੀ ਇਹਨਾਂ ਰਾਹਾਂ ਤੇ ਮੁੜ ਕੇ ਆਉਣਾ ਵੀ ਹੈ ਕਿ ਨਹੀਂ। ਉਂਝ 3-4 ਬੰਦੇ ਘਰ ਅੱਗੇ ਸੁੱਤੇ ਹੋਣ ਤਾਂ ਮੈਂ ਕਦੀ ਉਹਨਾਂ ਨੂੰ ਸਮਝਿਆ ਹੀ ਕੁਝ ਨਹੀਂ। ਕਿਉਂ ਭੱਜ ਵੀ ਲੈਂਦਾ ਹੋਇਆ ਮੈਂ ਤੇ ਸੋਟਾ ਵੀ ਮਾਰ ਲੈਂਦਾ ਹੋਇਆ, ਪਰ ਫਿਰ ਵੀ ਸਹੇ ਤੇ ਕੁੱਤਿਆਂ ਵਾਲਾ ਹਿਸਾਬ ਹੁੰਦਾ ਏ। ਇੱਕ ਵਾਰ 3 ਜਣੇ ਗਏ ਅਸੀਂ ਰਾਤ ਨੂੰ ਲੁੱਟਣ। ਇੱਕ ਅਸਾਂ ਪਿੱਛਾ ਪਾਰੂ ਖਿਲਾ ਰਿਆ ਤੇ 2 ਅਸੀਂ ਸੰਨ ਲਾਣ ਲੱਗ ਪਏ। ਪਾਰੂ ਸਹੁਰਾ ਸੌਂ ਗਿਆ। ਅਸੀਂ ਉਹਦੇ ਆਸਰੇ ਆਪਣੇ ਧਿਆਨ ਕੰਮ ਲੱਗੇ ਰਹੇ ਤੇ ਉਧਰੋਂ ਸਾਨੂੰ ਵੇਖ ਕੇ ਕਿਸੇ ਨੇ ਸਾਰੇ ਖੂਹਾਂ ਤੇ ਘੋੜੀ ਫੇਰ ਦਿੱਤੀ। ਜਿਸ ਵੇਲੇ ਸਾਰੀ ਸੰਨ ਪੁੱਟੀ ਗਈ ਤੇ ਮੈਂ ਅੰਦਰ ਵੜਨ ਲੱਗਾ ਤਾਂ ਕੁੱਤੇ ਭੌਂਕਣ। ਮੈਂ ਆਖਿਆ ਭਈ ਕੁੱਤੇ ਭੌਂਕਦੇ ਨੇ, ਜਰਾ ਉਡੀਕ ਲਈਏ। ਝਟਕ ਮਗਰੋਂ ਮੈਂ ਪਿੱਛੇ ਧਿਆਨ ਮਾਰਿਆ ਤਾਂ ਬਾਹਰ ਗਲੀ ਦਾ ਮੱਥਾ ਮੱਲ ਖਲੋਤੀ ਸੀ। ਸਾਨੂੰ ਉਹਨਾਂ ਲਲਕਾਰਿਆ, ਲੈ ਭਈ ਜਾ ਨਾ ਲਿਆ ਜੇ। ਉਹਨਾਂ ਸਮਝਿਆ ਭਈ ਚੋਰ ਨੇ, ਪਿੰਡ ਦੇ ਵਿੱਚ ਤੇ ਨਹੀਂ ਨਾ ਵੜ ਜਾਣਾ ਇਹਨਾਂ, ਕਿਉਂ ਜੋ ਇਹਨਾਂ ਬਾਹਰ ਨੂੰ ਭੱਜਣਾ ਏ ਤੇ ਬਾਹਰੋਂ ਸਾਰਾ ਘੇਰਾ ਪਾਇਆ ਹੋਇਆ ਏ। ਮੈਂ ਸੋਚਿਆ ਭਈ ਬੰਦੇ ਤੇ ਸਾਰੇ ਬਾਹਰ ਵਿੱਚ ਇੱਧਰ ਆ ਗਏ ਨੇ, ਪਿੰਡ ਵਿੱਚ ਕੌਣ ਹੋਣਾ ਏ। ਅਸੀਂ ਤੇ ਝੱਟ ਇੱਕ ਘਰ ਦੀ ਕੰਧ ਟੱਪ ਗਏ ਤੇ ਅੱਗੋਂ ਕੰਧਾਂ ਕੋਠੇ ਟੱਪ ਕੇ ਭੱਜ ਗਏ। ਮਗਰੋਂ ਉਹਨਾਂ ਨੂੰ ਪਤਾ ਲੱਗਾ। ਜਦੋਂ ਵੀ ਮਿਲਣ ਤੇ ਆਖਣ, ਲੈ ਭਈ ਤੂੰ ਚੰਗਾ ਬੰਦਾ ਏ, ਸਾਡਾ ਸ਼ਾਹ ਲੁੱਟ ਕੇ ਲੈ ਚੱਲਿਆ ਸੈਂ। ਮੈਂ ਆਖਿਆ ਭਈ ਇਹ ਤੇ ਭਾਗਾਂ ਦੇ ਸੌਦੇ ਨੇ। ਜੇ ਮੈਂ ਤੁਹਾਡਾ ਸ਼ਾਹ ਲੁੱਟ ਕੇ ਲੈ ਚੱਲਿਆ ਸਾਂ ਤਾਂ ਤੁਸੀਂ ਕਿਹੜਾ ਮੇਰੇ ਨਾਲ ਘੱਟ ਕਰਨ ਲੱਗੇ ਸੋ। ਜੇ ਮੈਂ ਫੜਿਆ ਜਾਂਦਾ ਤਾਂ ਤੁਸੀਂ ਤੇ ਮੈਨੂੰ ਜਾਨੋਂ ਹੀ ਮਾਰ ਛੱਡਣਾ ਸੀ। ਇਹ ਤੇ ਕਿਸਮਤ ਦੀਆਂ ਗੱਲਾਂ ਨੇ। ਜਦੋਂ ਪਾਕਿਸਤਾਨ ਬਣਿਆ ਤਾਂ ਆਲੇ ਦੁਆਲੇ ਦੇ ਹੋਰ ਲੋਕਾਂ ਦੇ ਨਾਲ ਹਜ਼ਾਰਾ ਸਿੰਘ ਵੀ ਉਹ ਧਰਤੀ, ਉਹ ਨਹਿਰਾਂ ਤੇ ਖਾਲ, ਉਹ ਪੈਲੀਆਂ ਤੇ ਜੂਹਾਂ, ਉਹ ਸੜਕਾਂ ਤੇ ਗੱਡੀਆਂ ਦੀਆਂ ਲਾਈਨਾਂ, ਉਹ ਪਿੰਡ ਤੇ ਡੇਰੇ ਛੱਡ ਕੇ ਕਾਫਲੇ ਦੇ ਨਾਲ ਟੁਰਦਾ ਕਰਨਾਲ ਜ਼ਿਲ੍ਹੇ ਵਿੱਚ ਉੱਪੜ ਗਿਆ। ਇੱਥੇ ਪਿੰਡ ਵੀ ਸਨ ਤੇ ਪੈਲੀਆਂ ਵੀ, ਨਹਿਰਾਂ ਵੀ ਸਨ ਤੇ ਹਵੇਲੀਆਂ ਵੀ, ਪਰ ਇਹ ਹੋਰ ਰੰਗ ਦੀਆਂ ਸਨ। ਪਿੰਡਾਂ ਵਿੱਚੋਂ ਡਰ ਆਉਂਦਾ ਸੀ ਤੇ ਰਾਹਾਂ ਤੇ ਲੱਤਾਂ ਤੁਰਦੀਆਂ ਨਹੀਂ ਸਨ। ਇੱਥੇ ਰੁੱਖ ਉੱਪਰੇ ਸਨ, ਜ਼ਮੀਨ ਹੋਰ ਤਰ੍ਹਾਂ ਦੀ ਸੀ, ਬੰਦੇ ਹੋਰ ਤਰ੍ਹਾਂ ਦੇ ਸਨ। ਇਹ ਆਲਾ ਦੁਆਲਾ ਹਜ਼ਾਰਾ ਸਿੰਘ ਵਿੱਚ ਕੋਈ ਉਤਸ਼ਾਹ ਨਹੀਂ ਪੈਦਾ ਕਰਦਾ ਸੀ। ਉਹ ਇਸ ਨੂੰ ਆਪਣਾ ਹਮਦਰਦ ਨਹੀਂ ਸਮਝਦਾ ਸੀ। ਇਸ ਵਿੱਚ ਉਹ ਇਕੱਲਾ ਤੇ ਕਮਜ਼ੋਰ ਮਹਿਸੂਸ ਕਰਦਾ ਸੀ। ਕਿਸੇ ਸੜਕ ਤੇ ਤੁਰਦਿਆਂ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਉਹ 4 ਪਾਸਿਆਂ ਤੋਂ ਘਿਰਿਆ ਹੋਇਆ ਹੈ ਤੇ ਮਸਾਂ ਆਪਣੀ ਜਾਨ ਲੁਕਾਈ ਫਿਰਦਾ ਹੈ। ਸੜਕ ਕੰਢੇ ਰੁੱਖਾਂ ਉੱਤੇ ਚੜ੍ਹੇ ਬਾਂਦਰ ਉਸ ਨੂੰ ਵੇਖ ਕੇ ਚੀਕਦੇ ਨੇ। ਹਜ਼ਾਰਾ ਸਿੰਘ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਸ ਧਰਤੀ ਤੇ ਉਸ ਨਾਲੋਂ ਉਹਨਾਂ ਬਾਂਦਰਾਂ ਦਾ ਬਹੁਤਾ ਹੱਕ ਹੈ ਤੇ ਉਹ ਉਸ ਨੂੰ ਮਸ਼ਕਰੀਆਂ ਕਰ ਰਹੇ ਨੇ। ਇਸ ਖਿਆਲ ਨਾਲ ਉਸ ਦਾ ਖੂਨ ਪਤਲਾ ਹੋ ਜਾਂਦਾ ਹੈ, ਉਸ ਦੀਆਂ ਲੱਤਾਂ ਵਿੱਚੋਂ ਸਾਹ ਸੱਤ ਮੁੱਕ ਜਾਂਦਾ ਹੈ ਤੇ ਇਸ ਤਰ੍ਹਾਂ ਜਾਪਦਾ ਕਿ ਉਹ ਹੁਣ ਇੱਕ ਕੀੜੀ ਵੀ ਨਹੀਂ ਮਾਰ ਸਕਦਾ। ਕੁਝ ਹਫ਼ਤਿਆਂ ਪਿੱਛੋਂ ਮੈਂ ਵੀ ਉੱਥੇ ਆ ਗਿਆ। ਮੇਰੇ ਪਿੰਡ ਦੇ ਸਾਰੇ ਲੋਕ ਬੜੇ ਔਖੇ ਸਨ। ਉਹਨਾਂ ਦੇ ਖਾਣ ਪਹਿਨਣ ਦਾ ਕੋਈ ਬੰਦੋਬਸਤ ਨਹੀਂ ਸੀ।
ਕੋਈ ਜੰਗਲ ਵਿੱਚੋਂ ਲੱਕੜੀਆਂ ਵੱਢ ਕੇ ਜਾਂ ਮੁਸਲਮਾਨਾਂ ਦੇ ਘਰਾਂ ਦੀਆਂ ਸਟੀਰੀਆਂ ਉਧੇੜ ਕੇ ਵੇਚਦਾ, ਕੋਈ ਗਹਿਣੇ ਗੱਟੇ ਵੇਚਦਾ, ਕੋਈ ਮਜ਼ਦੂਰੀ ਕਰਦਾ ਤੇ ਕੋਈ ਸਰਕਾਰੀ ਕਰਜ਼ੇ ਭੋਰ ਕੇ ਖਾਂਦਾ। ਉਹਨਾਂ ਦੀ ਹਾਲਤ ਬੜੀ ਤਰਸਯੋਗ ਸੀ। ਮੈਂ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸਾਂ ਕਿ ਹਜ਼ਾਰਾ ਸਿੰਘ ਵੀ ਉੱਥੇ ਆ ਗਿਆ। ਉਸ ਦੇ ਆਉਣ ਨਾਲ ਮੈਨੂੰ ਖੁਸ਼ੀ ਹੋਈ, ਕਿਉਂਕਿ ਘਰ ਉੱਜੜ ਜਾਣ ਕਰਕੇ ਤੇ ਜ਼ਮੀਨ ਨਾ ਹੋਣ ਕਰਕੇ ਸਾਰਿਆਂ ਦੇ ਰੁਜ਼ਗਾਰ ਮਾਰੇ ਗਏ ਸਨ, ਪਰ ਸ਼ਾਇਦ ਹਜ਼ਾਰਾ ਸਿੰਘ ਦਾ ਰੁਜ਼ਗਾਰ ਕਾਇਮ ਹੋਵੇ। ਇਸ ਗੱਲ ਦੀ ਮੈਨੂੰ ਖੁਸ਼ੀ ਸੀ। ਉਸ ਦਾ ਹੁਨਰ ਉਸ ਦੇ ਨਾਲ ਆਇਆ ਸੀ। ਉਸ ਨੂੰ ਤੇ ਹਰ ਥਾਂ ਮੌਜਾਂ ਹੀ ਮੌਜਾਂ ਸਨ, ਲੁੱਟਣ ਲਈ ਥਾਂ ਘਰ ਖੜੇ। ਚਾਚਾ, ਤੂੰ ਤੇ ਸਰਕਾਰੀ ਨੌਕਰਾਂ ਵਾਂਗ ਜਿਹੋ ਜਿਹਾ ਉੱਧਰ ਉਹ ਜਿਹਾ ਇੱਧਰ, ਤੇਰੇ ਕਿਹੜੇ ਹਲ ਖਲੋ ਗਏ ਨੇ? ਤੈਨੂੰ ਤੇ ਖੈਰ ਮਿਹਰ ਹੈ ਨਾ। ਦੁੱਖ ਸੁੱਖ ਤੇ ਭਰਾਵਾਂ ਦੇ ਨਾਲ ਹੀ ਨੇ ਨਾ ਸੋਹਣਿਆ, ਮੈਂ ਵੱਖਰਾ ਕਿਸ ਤਰ੍ਹਾਂ ਹੋਇਆ? ਉਹ ਤੇ ਗੱਲ ਠੀਕ ਹੈ ਚਾਚਾ, ਪਰ ਬੰਦੇ ਦੇ ਪੱਲੇ ਕਸਬ ਹੋਵੇ ਤਾਂ ਆਪਣਾ ਢਿੱਡ ਤਾਂ ਭਰਦਾ ਹੀ ਹੈ ਨਾ। ਅੱਛਾ, ਤੂੰ ਉਹ ਗੱਲ ਕਰਨਾ ਹੈ? ਨਹੀਂ, ਉਹ ਕੋਈ ਗੱਲ ਨਹੀਂ। ਇਸ ਧਰਤੀ ਤੇ ਤਾਂ ਅਸਲੋਂ ਮੇਰਾ ਪੈਰ ਹੀ ਨਹੀਂ ਉੱਠਦਾ। ਚੋਰੀ ਮੈਂ ਕੀ ਕਰਨੀ ਹੈ? ਓਪਰੀ ਧਰਤੀ ਨੇ ਹਜ਼ਾਰਾ ਸਿੰਘ ਨੂੰ ਵੀ ਮਾਰ ਲਿਆ ਸੀ।